बहुत बंधन अनक बार। सर्ब कला समरथ डोलन ते राखो प्रभु। नानक दे कर हथ। राजा न राज पाना न पान, देवा न देव उपमा महान। चवर छतर तख्त दे मालक, जुगो जुग अटल। आद श्री गुरु ग्रंथ साहिब जीओ महाराज जी दे पावन पवित्र चरण कमला अंदर सुभाए मान। गुरु रूप साध संगत जियो आओ, सुरत जोड़िए गुरुदेव दे चरना दे अंदर। आपो अपनी हाजरी लवाइए, सतगुरां दी बख्शिश दोहराइए। फतेह दी सांझ पाइए जी। वाहिगुरु जी का खालसा, वाहिगुरु जी की फतेह। धन धन साहिब गुरु गोबिंद सिंह जीओ महाराज। बचन करदे ने सिखा, ध्या खां हर गोबिंद साहिब जी महाराज नूं। सिमर लै अज छेवें पातशाह गुरु हर गोबिंद राय साहिब जी महाराज नूं। पातशाहियां दे अंदर जदों भी कोई तब्दीली आई है, बदलाव आया है, उस दे विच जदों गुरु साहिबाना तो पुछदे आ, गुरु साहिब पिछे जिहड़े 5 जामे गए ने, उन्हां 5 जामिਆਂ दे विच कोई श्री साहब वाला तलवार किरपान मीरी पीरी वाला नहीं सी सतगुरु। अज छेवें पातशाह हर गोबिंद राय साहब जी महाराज की लोड़ पै गई, जो तुहानू अज मीरी दे नाल पीरी दी आ दोने ही किरपाना तुहानू धारण करनियां पै गईयां। अते सब तो पहला जो कल शब्द वरतिया सी भी धन हर गोबिंद राय साहब जी महाराज भारे गुरु ने। मन में आउंदा है जो पहला गए कि वह भारे नहीं सी। विद्वान जन अर्थ करन लगे, कहते ने कि नहीं, सोमे तो जदों दरिया चलता है, नदी चलती है, कहने लगे असला तां इन्हां 6 दा एक ही है। कहने लगे अपनी चाल दे नाल नदी दरिया जदों चलदा है, वो अपनी मस्त चाल विच चलदा है, पर जदों उस दरिया दे अंदर कोई चट्टान आ जाती है, फिर दरिया का जिहड़ा पानी है उत्ते आतशार बन जाता है। फिर उस नज़ारे नूं लोग देखते ने खलो के। असला तां 6 ही जामिਆਂ ਦਾ एक ही है, पर इत्थे जालम चट्टान बन के आ गई है। हर गोबिंद राय साहब जी महाराज इत्थे चट्टान नाल टकरा के आतशाह रूप हो गए ने। असला ध्यान रखियो, 6 गुरुआं दा एक ही है। इस करके कहने लगे भारे गुरु आखन लगे 6वें पातशाह के जालम रूप चट्टान बन के आ गई। 6वें पातशाह
ਇਹਦੇ ਨਾਲ ਟਕਰਾ ਕੇ ਆਤਸ਼ਾਰ ਬਣ ਗਏ ਨੇ। ਹੁਣ ਦੇਖੋ, ਕੱਲ ਜੋ ਥੋੜਾ ਜ਼ਿਕਰ ਹੋਇਆ, ਸੁਰ ਸਿੰਘ ਪਿੰਡ ਤੋਂ 500 ਜਿਹੜੇ ਨੌਜਵਾਨ ਆਏ ਨੇ ਬਿਧੀ ਚੰਦ ਦੀ ਅਗਵਾਈ ਦੇ ਵਿੱਚ। ਇਹਨਾਂ ਪੰਜਾਂ ਨੂੰ ਜੇ ਉਹ 500 ਨੌਜਵਾਨ ਗੁਰੂ ਦੇ ਚਰਨਾਂ ਵਿੱਚ ਆਏ, ਗੁਰੂ ਸਾਹਿਬ ਦਾ ਇੱਕੋ ਹੀ ਬਚਨ ਸੀ, ਨਸਲ ਵਾਲੇ ਘੋੜੇ ਜਿੰਨੇ ਹੋ ਸਕਣ ਉਹਨੇ ਸ਼ਸਤਰ। ਤੇ ਪੁੱਛਣ ਵਾਲਿਆਂ ਪੁੱਛਿਆ ਹੀ ਹੋਣਾ, ਗੁਰੂ ਸਾਹਿਬ ਸ਼ਸਤਰ ਦੀ ਕੀ ਲੋੜ ਪੈ ਗਈ? ਜਰਾ ਤੱਕੋ, ਕਹਿਣ ਲੱਗੇ ਜਿਨ੍ਹਾਂ ਦਾ ਕਲੇਜਾ ਤਤੀ ਤਵੀ ਤੇ ਭੁੰਨ ਦਿੱਤਾ ਹੋਵੇ, ਸ਼ਹੀਦ ਕਰ ਦਿੱਤਾ ਹੋਵੇ, ਤੇ ਸ਼ਸਤਰ ਹੁਣ ਨਾ ਚੱਕਾਂਗੇ ਤੇ ਫਿਰ ਕਦੋਂ ਚੱਕਾਂਗੇ? ਜਦੋਂ ਵੀ ਤਬਦੀਲੀ ਆਈ, ਪਹਿਲਾਂ ਬੇਨਤੀ ਕੀਤੀ ਸੀ, ਉਹਦੇ ਪਿੱਛੇ ਬੜਾ ਵੱਡਾ ਕਾਰਨ ਹੈ। ਉਹਨਾਂ 500 ਨੌਜਵਾਨਾਂ ਨੇ ਬੇਨਤੀ ਕੀਤੀ ਸੀ। ਗੁਰੂ ਸਾਹਿਬ ਪੁੱਛਣ ਲੱਗੇ ਦੱਸੋ ਕੀ ਚਾਹੀਦਾ ਹੈ? ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਗੁਰੂ ਸਾਹਿਬ ਇੱਕ ਤਾਂ 2 ਟਾਈਮ ਦਾ ਪ੍ਰਸ਼ਾਦਾ ਦੇ ਦਿਆ ਕਰੋ, ਅਤੇ 6 ਮਹੀਨਿਆਂ ਤੋਂ ਇੱਕ ਕੁੜਤਾ ਦੇ ਦਿਆ ਕਰੋ, ਅਤੇ ਆਹ ਜਿਹੜਾ ਸਰੀਰ ਰੂਪੀ ਘੜਾ ਹੈ ਤੇਰਾ ਹੀ ਹੈ, ਜਿੱਥੇ ਮਨ ਚਾਵੇ ਉੱਥੇ ਨੂੰ ਭੰਨ ਦੇਈ। ਹੁਣ ਇਸੇ ਪਿੰਡ ਤੋਂ ਜੋ ਕੱਲ ਵੀ ਜ਼ਿਕਰ ਕੀਤਾ ਸੀ, ਨੱਥਾ ਅਤੇ ਅਬਦੁੱਲਾ ਦੋਨੇ ਢਾਡੀ ਨੇ। ਹੁਣ ਗੁਰੂ ਗ੍ਰੰਥ ਸਾਹਿਬ ਅੰਦਰ 22 ਵਾਰਾਂ ਨੇ, ਇਹਨਾਂ ਵਾਰਾਂ ਤੇ 9 ਧੁਨੀਆਂ ਨੇ, ਅਤੇ ਨੱਥਾ ਤੇ ਅਬਦੁੱਲਾ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਅਕਾਲ ਬੁੰਗਾ, ਇਹਨਾਂ ਦੋਨਾਂ ਹੀ ਭਰਾਵਾਂ ਨੇ ਉੱਥੇ ਖੜੇ ਹੋ ਕੇ ਗੁਰੂ ਸਾਹਿਬ ਨੂੰ ਵਾਰਾਂ ਸੁਣਾਈਆਂ। ਸਮਾਂ ਲੱਗਿਆ ਤਕਰੀਬਨ 2 ਮਹੀਨੇ ਦੇ ਨੇੜੇ। 6ਵੇਂ ਪਾਤਸ਼ਾਹ ਨੂੰ ਨੱਥਾ ਤੇ ਅਬਦੁੱਲਾ ਨੇ ਅਕਾਲ ਬੁੰਗਾ ਜਿੱਥੇ ਦਰਸ਼ਨ ਕਰਦੇ ਆ ਉੱਥੇ ਖਲੋ ਕੇ ਗੁਰੂ ਸਾਹਿਬ ਨੂੰ ਵਾਰਾਂ ਸੁਣਾਈਆਂ ਨੇ। ਜਦੋਂ ਕਿਰਪਾਨਾਂ ਪਾਉਣ ਲੱਗੇ, ਬਾਬਾ ਬੁੱਢਾ ਜੀ, ਦੇਖੋ ਬਾਬਾ ਬੁੱਢਾ ਸਾਹਿਬ ਨੇ ਗੁਰਬਾਣੀ ਯੁੱਗ ਵੀ ਦੇਖਿਆ ਸੀ, ਬਾਬਾ ਬੁੱਢਾ ਸਾਹਿਬ ਨੇ ਕੁਰਬਾਨੀ ਯੁੱਗ ਵੀ ਦੇਖਿਆ ਹੈ ਜੀ। ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ, ਅੰਗਦ ਸਾਹਿਬ ਦੇ ਸਮੇਂ ਦੇ ਵਿੱਚ 5 ਪਾਤਸ਼ਾਹੀਆਂ 4 ਪਾਤਸ਼ਾਹੀਆਂ ਪਹਿਲੇ ਚਲੀ ਗਈਆਂ, ਉਹਨਾਂ ਦੇ ਵਿੱਚੋਂ ਬਾਬਾ ਬੁੱਢਾ ਜੀ ਨੇ ਕਦੇ ਖੂਨ ਰੂਪ ਤਲਵਾਰ ਨਹੀਂ ਸੀ ਤੱਕੀ। ਇਸੇ ਬਾਬੇ ਦੇ ਦੇਖੋ ਹਿੰਮਤ, ਜਿਸ ਬਾਬੇ ਨੇ ਗੁਰਬਾਣੀ ਯੁੱਗ ਦੇਖਿਆ ਸੀ, ਅੱਜ ਬਾਬੇ ਨੂੰ ਕੁਰਬਾਨੀ ਯੁੱਗ ਵੀ ਪਿਆ ਦੇਖਣਾ ਪੈਂਦਾ, ਕਿਉਂ ਸਮੇਂ ਦੇ ਚੱਕਰ ਦਾ ਕੋਈ ਪਤਾ ਨਹੀਂ। ਜਦੋਂ ਕਿਰਪਾਨਾਂ ਪਾਉਣ ਲੱਗੇ ਤੇ ਪੂਜਾ ਦੇ ਧਾਨ ਖਾਣ ਵੇਲੇ ਅਸਲ ਵਿੱਚ ਆ ਗੱਲ ਸਾਰਿਆਂ ਦੇ ਹਜਮ ਨਹੀਂ ਆਉਂਦੀ। ਕਹਿਣ ਲੱਗੇ ਕਿਉਂ ਕਿਰਪਾਨਾਂ ਕਿਉਂ ਪਾਈਆਂ? ਤੇ ਗੁਰੂ ਸਾਹਿਬ ਨੇ ਇੱਕੋ ਹੀ ਬਚਨ ਕੀਤਾ ਸੀ, ਕਿਉਂ ਨਹੀਂ ਪਾਉਣੀਆਂ ਚਾਹੀਦੀਆਂ। ਤੇ ਅੱਗੋਂ ਉਹਨਾਂ ਨੇ ਕਿਹਾ ਸੀ, ਗੁਰੂ ਸਾਹਿਬ ਆਪਾਂ ਮੁੱਠੀ ਭਰ ਹਾਂ, ਜਿਸ ਬਾਦਸ਼ਾਹ ਨਾਲ ਟੱਕਰ ਲੈਣ ਦੀ ਗੱਲ ਕਰਦੇ ਆ ਉਹ ਬਾਦਸ਼ਾਹ ਇਸ ਹਿੰਦ ਦਾ ਰਾਜ ਹੈ। ਗੁਰੂ ਸਾਹਿਬ ਨੇ ਕਿਹਾ, ਦੇਖੋ ਜੰਗਲ ਚਾਹੇ ਜਿੰਨਾ ਮਰਜ਼ੀ ਵਡੇਰਾ ਵੱਡਾ ਹੋਵੇ, ਉਸ ਨੂੰ ਸੁਆਹ ਕਰਨ ਵਾਲੀ ਇੱਕ ਮਾਚਿਸ ਦੀ ਤੀਲੀ ਨਿੱਕੀ ਜਿਹੀ ਚਣਗ ਬਹੁਤ ਹੁੰਦੀ ਹੈ। ਉੱਥੇ ਚੁੱਪ ਕੀਤੇ ਨੇ। ਗੁਰੂ ਸਾਹਿਬ ਜੀ ਤਖਤ ਪਰ ਵਿਰਾਜਮਾਨ ਹੋਏ, ਮੀਰੀ ਅਤੇ ਪੀਰੀ ਦੀ ਕਿਰਪਾਨ ਧਾਰਨ ਕਰਕੇ। ਨੱਥਾ ਤੇ ਅਬਦੁੱਲਾ ਜਦੋਂ ਵਾਰ ਪੜ੍ਹਦੇ ਨੇ, ਵਾਰ ਸੁਣਾਉਂਦੇ ਨੇ ਗੁਰੂ ਸਾਹਿਬ ਨੂੰ, ਉਹ ਸਮੇਂ ਦੀ ਵਾਰ ਆ ਸੀ ਜੀ। ਤੇ ਦੋਨੇ ਹੀ ਭਰਾ ਜਦੋਂ ਵਾਰ ਗਾਉਣ ਲੱਗੇ, ਗੁਰੂ ਸਾਹਿਬ ਤਖਤ ਤੇ ਵਿਰਾਜਮਾਨ ਨੇ, ਕਹਿਣ ਲੱਗੇ, ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਪਾਏ ਕੈ, ਸਭ ਬਰਨੀ ਮੈਂ ਜਾਏ ਕਹੋ ਕਿਆ ਗਾਏ ਕੈ, ਰਵ ਸਸ ਭਏ ਮਲੀਨ ਸੁਦਰਸ ਦਿਖਾਏ ਕੈ, ਸ਼੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ, ਨੱਥਾ ਅਬਦੁੱਲਾ ਜਸ ਕਹਿਓ ਬਣਾਏ ਕੈ। ਫਿਰ ਉਹਨਾਂ ਨੇ ਦੂਜਾ ਬਚਨ ਕਰਿਆ ਦੂਜੀ ਵਾਰ ਦੇ ਵਿੱਚ, ਕਹਿਣ ਲੱਗੇ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਇੱਕ ਰਾਜ਼, ਇੱਕ ਰਾਖੀ ਕਰੇ ਵਜ਼ੀਰ ਦੀ,
दो तलवारां बद्धियां, एक मीरी दी एक पीरी दी, एक अजमत दी एक राज दी, एक राखी करे वजीर दी। हिम्मत बाहा कोटगढ़ दरवाजा बलख बखीर दी, नाल सिपाही नल नील मार दुष्टां करे तागीर दी। पग तेरी की जहांगीर दी, पग तेरी की जहांगीर दी। कहने लगे गुरु साहब ओदी की हिम्मत है जहांगीर, जो छेवें पातशाह मीरी पीरी मालक दे अगे खड़ जावे। हुण सवाल कीते हैं, सवाल भी कीता होना मीरी पीरी दा जी अर्थ समझाओ, मीरी पीरी फिर क्यों? बैठ के गल हो सकती सी, जिवें आपां कहने आ भी सलाह करके वो मामला या ठंडा हो जाता, पर देखियो तवी ते बैठे ने पंजवें पातशाह, इंज किवें मामला रहन दिंदे। ते हुण प्रिंसीपल हरभजन सिंह जो चंडीगढ़ वाले होए ने, उन्होंने उस गल का बचन किया, लोग आदि गल्लां करदे ने गुरुआं नूं किरपानां तो की लैणा। साडे घरां अंदर भी गल्लां ने आ, गुरुआं नूं किरपानां तो की लैणा, बाणी पढ़ो बैठे रहो। असल विच भाई गुरदास ने जवाब दिता इसदा, कहण लगे खेती होवे चंगी वाड़ क्यों। दूजा बचन किया, जिथे गुलाब है उथे कंडे क्यों। जिथे कहण लगे चंदन दी लकड़ है उथे सप क्यों पैदा किते। फिर उन्होंने कहा देखो प्यारिओ, जिथे खेती है उथे वाड़ जरूरी है, नहीं तो पशु उसनूं उजाड़ देणगे। आ शब्द ध्यान देने वाले ने कदों भी साडे तो कोई पुछ लैंदा है भी गुरु साहब ने शस्त्र क्यों चके। जिथे वाड़ नहीं उस खेती नूं पशु बर्बाद कर दिंदे ने। अते जे चंदन दे उत्ते सप्पां दा वासा ना होवे अते लोग उस चंदन दे जो बाग है, चंदन दा जो जंगल है उसनूं वेला कर देणगे। जे फुल नूं तोड़न लगे, कहण लगे एक गल याद रखी, फुल दी रखिया करन वाले भी कंडे उहदे नाल ने। बचन सी खेती वाड़ सो ढिंगरी, किकर आस पास जो बागै, सप पलेटे चन्नणे बूहे चंद्रा कुत्ता जागै। कहण लगे ओ धनी लोगो ताला ला के क्यों रखदे हो, अपने घरां विच कुत्ते क्यों रखदे हो। दूजा वचन होया, कवलै कंडे जाणीए सियाणा एक कोई विच फागै। कहण लगे इत्थे गुरु नानक दी बनाई है सोहनी वाड़ी, फुलवाड़ी सिक्खी दी, इत्थे कोई भी पशु बिरती वाला तुरिया इस घर च उजाड़ ना कर जाए, तां करके किरपानां चक्कीआं ने। अज तां उस बादशाह ने पिता अर्जुन देव साहब नूं शहीद करन दा हिम्मत कीती है, कल नूं गुरु ग्रंथ साहब दी मर्यादा नूं भी तोड़ेगा। ते मर्यादा जे चुप करके बैठे रहिए साइड विच तो मर्यादा तोड़ी जा सकती सी। जे खेती फुलवाड़ी सोहनी है, फसल सोहनी है, वाड़ ना कीती जे शस्त्रां दी, इस नूं पशु बिरती वाले आके बर्बाद कर देणगे। चंदन है इस घर दे विच, जे सप्पां दा वासा ना करिए, कहण लगे इत्थे भी मन मुख बुद्धि वाले इस बाग नूं बर्बाद कर देणगे। इस घर दे विच कंवल फुल है एक, भाई गुरदास कहण लगे कंडे इनू तां लाए ने क्योंकि कोई भी जना खना आके इस फुल नूं तोड़ ना लवे। देखो जरा प्यारिओ शस्त्रां दी ओट, कहण लगे खेती है गुरु नानक साहब दी, फुलवाड़ी है गुरु नानक साहब दी, इस नूं किकरां कंडियां दी नहीं, मैं शस्त्रां दी वाड़ कीती है, कोई भी पशु बिरती वाला आके इस दरकर दी मर्यादा नूं ना खराब करे। फिर किसी ने तो पूछे ही होना, जो दूजा बचन नाल दी नाल आ गया, पूछया होना भी गुरु साहब बैठ के गल, चलो शस्त्रां दी समझ आ गई भी तुसी वाड़ कीती है, ते बैठ के गल क्यों नहीं कीती। कहण लगे खूह तो पानी कढ़ना है, खूह दे बाहर आपां खड़े हैं। उदाहरण रूपी समझाया
ਜਿੰਨਾ ਚਿਰ ਹੁਣ ਭਾਂਡੇ ਦੇ ਗਲ ਨੂੰ ਕਹਿੰਦੇ ਰੱਸੀ ਨਹੀਂ ਬੰਨੀ ਜਾਂਦੀ, ਉਹਦੇ ਕੜੇ ਦੇ ਨਾਲ ਰੱਸੀ ਨਹੀਂ ਬੰਨੀ ਜਾਂਦੀ, ਉਨਾ ਚਿਰ ਉਹ ਪਾਣੀ ਕੱਢਿਆ ਨਹੀਂ ਜਾ ਸਕਦਾ। ਫਿਰ ਦੂਜਾ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਦੇਖਿਓ ਮੋਤੀ ਅੱਤ ਦਾ ਮਹਿੰਗਾ ਹੈ, ਜਿੰਨੇ ਚਿਰ ਉਹਦੇ ਵਿੱਚ ਸੁਰਾਖ ਹੋ ਕੇ ਉਹਦੇ ਵਿੱਚ ਦੀ ਧਾਗਾ ਨਾ ਟੱਪ ਜਾਏ ਉਸ ਦੀ ਮਾਲਾ ਨਹੀਂ ਬਣਦੀ। ਤੇ ਕਹਿਣ ਵਿੱਚ ਮਾਤਰ ਜਿਹੜੀ ਕਹਿੰਦੀ ਸਰੋਂ ਹੈ, ਸਰੋਂ ਤੋਂ ਸਿੱਧਾ ਤੇਲ ਦਾ ਆਨੰਦ ਨਹੀਂ ਮਾਣਿਆ ਜਾਂਦਾ, ਉਹਨੂੰ ਪੀੜਿਆ ਜਾਂਦਾ ਹੈ। ਫਿਰ ਕਹਿਣ ਲੱਗੇ ਨਾਰੀਅਲ ਹੈ, ਨਾਰੀਅਲ ਉੱਤੋਂ ਸਖਤ ਅੰਦਰੋਂ ਨਰਮ ਹੈ, ਗਿਰੀ ਦਾ ਆਨੰਦ ਤਾਈਓ ਸਵਾਦ ਮਾਣ ਸਕਦੇ ਜੇ ਬਾਹਰੋਂ ਉਸ ਨੂੰ ਭੰਨਣਾ ਪਏਗਾ। ਬਚਨ ਸੀ ਜਿਉਂ ਕਰ ਖੂਹ ਨਿਕਲ ਗਲ ਬਾਧੇ ਪਾਣੀ, ਜੋਮਣ ਕਾਲੇ ਸੱਪ ਸਿਰ ਹੱਸਦੇ ਨਾ ਜਾਣੀ। ਹੁਣ ਸੱਪ ਦੇ ਸਿਰ ਤੇ ਮਣੀ ਹੈ, ਸੱਪ ਨੇ ਕਿਹੜੇ ਦਿਨ ਹੱਸ ਕੇ ਮਣੀ ਦਿੱਤੀ, ਉਸ ਨੂੰ ਮਾਰਨਾ ਪਏਗਾ। ਜਾਣ ਕਿਥੂਰੀ ਮਿਰਗ ਤਨ ਮਰ ਮੁੱਕੇ ਆਣੀ, ਕਹਿਣ ਲੱਗੇ ਜਿਉਂਦੇ ਜੀ ਕਥੂਰੀ ਕਸਤੂਰੀ ਹੈ ਮਿਰਗ ਦੇ ਨਾਭੀ ਦੇ ਵਿੱਚ, ਪਰ ਜਿਉਂਦੇ ਜੀ ਆਨੰਦ ਨਹੀਂ ਮਰਿਆਂ ਤੋਂ ਬਾਅਦ ਮਿਲਦੀ ਹੈ। ਤੇਲ ਜਿੰਨਾ ਚਿਰ ਸਰੋਂ ਪੀੜੀ ਨਹੀਂ ਜਾਂਦੀ, ਸਰੋਂ ਦਾ ਤੇਲ ਨਹੀਂ। ਜਿਉਂ ਕਰ ਖੂਹ ਨਿਕਲੇ ਗਲਬੱਦੇ ਪਾਣੀ, ਜੋਮਣ ਕਾਲੇ ਸੱਪ ਸਿਰ ਹੱਸਦੇ ਨਾ ਜਾਣੀ। ਜਾਣ ਕੀ ਤੂਰੀ ਮਿਰਗ ਤਨ ਮਰ ਮੁੱਕੇ ਆਣੀ, ਤੇਲ ਤਿਲੋਂ ਕਿਉਂ ਨਿਕਲੇ ਵਿਣ ਪੀੜੇ ਕਹਾਣੀ। ਜੋ ਮੋਹ ਪੰਨੇ ਗਿਰੀ ਦੇ ਨਾਲੀਏਰ ਨਿਸਾਣੀ, ਬੇਮੁਖ ਲੋਹਾ ਸਾਧੀਆ ਵਗਦੀ ਵਾਧਾਣੀ। ਕਹਿਣ ਲੱਗੇ ਐਵੇਂ ਹੀ ਕਰਕੇ ਜਦੋਂ ਬੰਦਾ ਸਮਝਦਾ ਨਹੀਂ ਨਾ ਵੇਮੁਖ, ਫਿਰ ਉਸ ਲਈ ਇੱਕੋ ਹੀ ਇਲਾਜ ਹੈ ਤਲਵਾਰ ਭੇਟ। ਉਹ ਫਿਰ ਤਲਵਾਰ ਨਾਲ ਸਮਝਦਾ ਹੈ। ਗੁਰੂ ਸਾਹਿਬ ਨੇ ਸਾਰੀ ਦੀ ਸਾਰੀ ਗੱਲ ਦ੍ਰਿੜ ਕਰਵਾਈ ਕਿ ਕਹਿਣ ਲੱਗੇ ਇਸ ਕਰਕੇ ਸ਼ਸਤਰ ਚੱਕੇ ਨੇ, ਇਸ ਦੇ ਵਿੱਚ ਕਾਰਨ ਹੈ। ਆਵਾੜੀ ਹੈ ਗੁਰੂ ਨਾਨਕ ਸਾਹਿਬ ਦੀ, ਬਰਬਾਦ ਹੋਣ ਨਹੀਂ ਦੇਣੀ। ਆ ਬਾਗ ਹੈ ਗੁਰੂ ਨਾਨਕ ਸਾਹਿਬ ਦਾ, ਆਬਾਦ ਰੱਖਣਾ ਹੈ। ਪਸ਼ੂ ਬਿਰਤੀ ਵਾਲਾ ਕੋਈ ਇੱਥੇ ਉਜਾੜ ਨਾ ਕਰੇ, ਸੱਪ ਬਿਰਤੀ ਵਾਲਾ ਕਿੱਥੇ ਇਸ ਚੰਦਨ ਨੂੰ ਆਬਾਦ ਰੱਖਣ ਲਈ ਮੈਂ ਸੱਪ ਰੂਪੀ ਵਾੜ ਕੀਤੀ ਹੈ। ਇਸ ਕਮਲ ਫੁੱਲ ਨੂੰ ਕੋਈ ਤੋੜ ਨਾ ਸਕੇ, ਮੈਂ ਕੰਡਿਆਂ ਦੀ ਵਾੜ ਕੀਤੀ ਹੈ। ਇਸ ਕਰਕੇ ਪਿਆਰਿਓ ਮੈਂ ਮੀਰੀ ਦੇ ਨਾਲ ਪੀੜੀ ਧਾਰਨ ਕੀਤੀ ਹੈ, ਕਿਉਂਕਿ ਮੀਰੀ ਨੂੰ ਬਚਾਉਣ ਵਾਸਤੇ ਪੀਰੀ ਜ਼ਰੂਰੀ ਹੈ। ਤੇ ਇਹਨਾਂ ਸਮਿਆਂ ਦੇ ਵਿੱਚ ਬਾਕੀ 4 ਜੰਗਾਂ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਨੇ ਲੜੀਆਂ ਨੇ, 4 ਹੀ ਜਿੱਤੇ ਨੇ ਜੀ। ਹੁਣ ਜਿੱਤਦੇ ਵੀ ਨੇ ਕਿਉਂ ਨਾ, ਕਿਉਂਕਿ ਦਾਦਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 6ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਜੀ ਦੇ 6ਵੇਂ ਪਾਤਸ਼ਾਹ ਪਿਤਾ ਜੀ ਨੇ ਸਮਾਂ ਬੀਤਦਾ ਬੱਧੀ ਇੱਥੇ ਹੀ ਇਹਨਾਂ ਨੇ ਅਕਾਲ ਤਖਤ ਦੀ ਸਿਰਜਣਾ ਕਰੀ ਸੀ। ਇਸ ਸਮੇਂ ਦੇ ਅੰਦਰ ਹੀ ਜੋ ਅਕਾਲ ਤਖਤ ਹਰਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਅਕਾਲ ਤਖਤ ਨੂੰ ਦਰਸ਼ਨ ਕਰਦੇ ਹਾਂ, ਉੱਥੇ ਜਿਹੜੇ 2 ਨਿਸ਼ਾਨ ਸਾਹਿਬ ਨੇ ਉਹ ਮੀਰੀ ਅਤੇ ਪੀਰੀ ਦਾ ਪ੍ਰਤੀਕ ਹੈ ਜੀ। 2 ਨਿਸ਼ਾਨ ਸਾਹਿਬ ਅੰਮ੍ਰਿਤਸਰ ਵਿਖੇ ਜੋ ਦਰਬਾਰ ਸਾਹਿਬ ਅੰਦਰ ਜਾਂਦੇ ਆ, 2 ਨਿਸ਼ਾਨ ਸਾਹਿਬ ਨੇ, ਸਾਹਮਣੇ ਹੈ ਅਕਾਲ ਤਖਤ ਸਾਹਿਬ। ਅਕਾਲ ਤਖਤ ਦੀ ਸਰਜਨਾ ਮੀਰੀ ਪੀਰੀ ਦੇ ਮਾਲਕ ਨੇ ਹੀ ਕੀਤੀ ਹੈ। ਉਹ ਤਖਤ ਜਰਾ ਧਿਆਨ ਦਿਓ, ਉਹ ਜਿਹੜਾ ਤਖਤ ਹੈ ਅਕਾਲ ਤਖਤ ਦਾ, ਦਿੱਲੀ ਦੇ ਤਖਤ ਨਾਲੋਂ ਉੱਚਾ ਹੈ ਜੀ। ਉਹ ਦਿੱਲੀ ਦੇ ਤਖਤ ਨਾਲੋਂ ਅਕਾਲ ਤਖਤ ਜੋ ਹੈ ਉਹਦੀ ਜਿਹੜੀ ਉਚਾਈ ਹੈ ਦਿੱਲੀ ਤਖਤ ਨਾਲੋਂ ਉੱਚੀ ਹੈ। ਖੈਰ ਆ ਵਿਚਾਰ ਜਿਹੜੀ ਹੈ ਜੋ ਅਗਲੇ ਸਮਾਂ ਆਵੇਗਾ ਉਦੋਂ ਕਰਾਂਗੇ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, 6ਵੇਂ ਪਾਤਸ਼ਾਹ, ਇਹਨਾਂ ਤਿੰਨਾਂ ਨੇ ਉਸਾਰੀ ਕਰੀ ਹੈ ਇਸ ਦੀ। ਸਮਾਂ ਬੀਤਦਿਆਂ ਬੱਧੀ ਅੱਜ ਰਮਦਾਸ ਤੋਂ ਬਾਬਾ ਬੁੱਢਾ ਜੀ ਦਾ ਸੁਨੇਹਾ ਆ ਗਿਆ। ਬੇਨਤੀ ਕੀਤੀ ਹੈ ਸਤਿਗੁਰੂ, ਲੰਮਾ ਸਮਾਂ ਬੀਤ ਗਿਆ ਸੇਵਾ ਕਰ ਲਈ, ਹੁਣ ਇੰਝ ਜਾਪਦਾ ਵੀ ਸਰੀਰ ਛੱਡਣਾ ਪਏਗਾ, ਹੁਣ ਪ੍ਰਭ ਪੁਰ ਪਿਆਨਾ ਕਰਨਾ ਪਏਗਾ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਧਿਆ ਖਾਂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਸਹਾਇਤਾ ਕਰਨਗੇ। ਕਿਵੇਂ? ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਗੁਰੂ ਸਾਹਿਬ ਪਹੁੰਚੋ ਖਾਂ, ਸਰੀਰ ਛੱਡਣਾ ਹੈ, ਦਰਸ਼ਨ ਤੁਹਾਡੇ ਹੋਣ। ਹੁਣ ਦੇਖਿਓ ਬਚਨ ਤਾਂ ਸੀ ਨਾ ਬਾਬਾ ਬੁੱਢਾ ਜੀ ਦੇ। ਮਾਤਾ ਗੰਗਾ ਜੀ ਜਦੋਂ ਬੇਨਤੀ ਅਰਦਾਸ ਕਰਵਾਈ ਹੈ
ਤੇ ਅਰਦਾਸ ਕਰਨ ਵਾਲੇ ਬਾਬਾ ਬੁੱਢਾ ਹੀ ਸੀ। ਅੱਜ ਜਿਹਦੀ ਅਰਦਾਸ ਕੀਤੀ ਉਹੀ ਪ੍ਰਗਟ ਅਵਤਾਰ ਲੈ ਕੇ ਗੁਰੂ ਹੈ, ਅਤੇ ਬਾਬਾ ਬੁੱਢਾ ਜੀ ਹਜੇ ਉਹੀ ਹੀ ਨੇ। ਬਾਬਾ ਬੁੱਢਾ ਜੀ ਉੱਥੇ ਸੁਭਾਏਮਾਨ ਨੇ, ਗੁਰੂ ਸਾਹਿਬ ਪਹੁੰਚੇ ਤੇ ਜਦੋਂ ਅੱਜ ਮੀਰੀ ਪੀਰੀ ਦੇ ਮਾਲਕ ਹੁਣ ਦੇਖਿਓ, ਕਿਸੇ ਵੀ ਵਡੇਰੇ ਅੱਗੇ ਆਪਾਂ ਕਹਿੰਦੇ ਆ ਨਾ ਵੀ ਨੀਵਾਂ ਹੋਣਾ ਨਹੀਂ ਚਾਹੀਦਾ, ਪਰ ਜੇ ਹੋ ਜਾਈਏ ਕੁਝ ਘਟਦਾ ਨਹੀਂ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ, ਝੁਕ ਜਾਣਾ ਚਾਹੀਦਾ ਹੈ। ਗੁਣ ਵਾਲਾ ਦਿਸੇ, ਵਡੇਰਾ ਦਿਸੇ, ਜਿਹਦੇ ਚੋਂ ਗਿਆਨ ਮਿਲੇ ਝੁਕ ਜਾਣਾ ਚਾਹੀਦਾ ਹੈ, ਕੋਈ ਵਡੇਰੀ ਗੱਲ ਨਹੀਂ। ਮੀਰੀ ਪੀਰੀ ਦੇ ਮਾਲਕ ਰਾਮਦਾਸ ਜਦੋਂ ਪਹੁੰਚੇ ਬਾਬਾ ਬੁੱਢਾ ਜੀ ਤੋਂ ਕੋਲ, ਅੱਜ ਨਮਸਕਾਰ ਕੀਤੀ ਹੈ, ਚਰਨੀ ਹੱਥ ਲਾਏ ਨੇ। ਚਰਨੀ ਹੱਥ ਲਾ ਕੇ ਕਹਿਣ ਲੱਗੇ, ਬਾਬਾ ਬੁੱਢਾ ਜੀ ਸਤਿਗੁਰੂ ਨਮਸਕਾਰ ਹੈ। ਨਮਸਕਾਰ ਲੱਗੇ, ਗੁਰੂ ਸਾਹਿਬ ਨੇ ਬਾਹਾਂ ਪਕੜ ਲਈਆਂ ਨੇ। ਕਹਿਣ ਲੱਗੇ, ਨਹੀਂ ਬਾਬਾ ਜੀ, ਤੁਸੀਂ ਗੁਰੂ ਨਾਨਕ ਸਾਹਿਬ ਦਾ ਪਿਆਰ ਮਾਣਿਆ ਹੈ। ਮੈਂ ਹੁਣ 6ਵੇਂ ਜਾਮੇ ਦੇ ਅੰਦਰ ਹਾਂ। ਮੇਰੇ ਤੋਂ ਪਹਿਲਾਂ 5 ਪਾਤਸ਼ਾਹੀਆਂ ਦਾ ਆਨੰਦ ਤੁਸੀਂ ਮਾਣਿਆ ਹੈ। ਤੇ ਬੇਨਤੀ ਕਰਨ ਲੱਗੇ, ਸਤਿਗੁਰੂ ਮੇਰੀ ਇੱਕੋ ਹੀ ਬੇਨਤੀ ਹੈ, ਮੈਂ ਭਲਕੇ ਨੂੰ ਸਰੀਰ ਛੱਡ ਦੇਣਾ ਹੈ ਸਵੇਰੇ, ਤੇ ਇੱਕ ਤਾਂ ਬੇਨਤੀ ਆ ਹੈ, ਮੈਨੂੰ ਬਖਸ਼ ਲਿਓ। ਤੇ ਗੁਰੂ ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਕਿਵੇਂ ਬਖਸ਼ੀਏ? ਤੁਸੀਂ ਤਾਂ ਗੁਰੂ ਨਾਨਕ ਨੂੰ ਤੱਕਿਆ, ਤਿੰਨ ਕੋ ਕਿਆ ਉਪਦੇਸ਼ੀ ਹੈ, ਜਿਨ ਗੁਰੂ ਨਾਨਕ ਦਿਓ। ਤੇ ਕਹਿਣ ਲੱਗੇ, ਗੁਰੂ ਸਾਹਿਬ ਮੈਨੂੰ ਅੱਜ ਬਖਸ਼ ਲਿਓ। ਤੇ ਸਾਰੀ ਰਾਤ ਬਚਨ ਬਿਲਾਸ ਕਰੀ ਗਏ ਬਾਬਾ ਬੁੱਢਾ ਜੀ ਅਤੇ 6ਵੇਂ ਪਾਤਸ਼ਾਹ। ਸਾਰੀ ਰਾਤ ਬਚਨ ਬਿਲਾਸ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਤੇ ਆਖਾਂ ਹਰ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਕੋਈ ਵੀ ਸਮਾਂ ਹੋਵੇ, ਹਿਰਦੇ ਰੂਪੀ ਇਤਿਹਾਸ ਦੀ ਤੇਰੇ ਨਾਲ ਬੈਠ ਕੇ ਗੱਲਾਂ ਵੀ ਕਰੇਗਾ। ਸਾਰੀ ਰਾਤ ਬੈਠੇ ਨੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਰਵਾਇਆ ਬਾਬਾ ਜੀ ਨੂੰ, ਤੇ ਬਾਬਾ ਬੁੱਢਾ ਜੀ ਪ੍ਰਭਪੁਰ ਪਿਆਨਾ ਕਰ ਗਏ ਨੇ। ਪਿਆਨਾ ਕਰ ਗਏ। ਅਸਮੀਰੀ ਪੀਰੀ ਦੇ ਮਾਲਕ ਦੇ ਅੱਖਾਂ ਦੇ ਵਿੱਚ ਕਦੇ ਨੀਰ ਦੀ ਝੜੀ ਨਹੀਂ ਸੀ ਲੱਗੀ। ਕਹਿਣ ਲੱਗੇ, ਜਦੋਂ ਬਾਬਾ ਬੁੱਢਾ ਜੀ ਦਾ ਸਰੀਰ ਚਿਖਾ ਤੇ ਰੱਖਿਆ, ਤੇ ਅੱਜ ਮੀਰੀ ਪੀਰੀ ਦੇ ਮਾਲਕ ਦੇ ਅੱਖਾਂ ਦੇ ਵਿੱਚ ਅੱਜ ਨੀਰ ਝਲਕਿਆ ਹੈ। ਇੱਕ ਇਤਿਹਾਸਿਕ ਗ੍ਰੰਥ ਹੈ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀ ਦਾ, ਉਹਦੇ ਵਿੱਚ ਬਚਨ ਹੈ। ਕਹਿਣ ਲੱਗੇ, ਅੱਜ ਮੀਰੀ ਪੀਰੀ ਦੇ ਮਾਲਕ ਦੇ ਅੱਖਾਂ ਦੇ ਵਿੱਚ ਝੜੀ ਲੱਗੀ ਹੈ ਨੀਰ ਦੀ, ਅਤੇ ਮਨ ਵਿੱਚ ਹੈ ਬਾਬਾ ਜੀ 6 ਜਾਮਿਆਂ ਤੱਕ ਸਾਥ ਨਿਭਾਇਆ। ਅੱਜ ਗਏ ਤੇ ਬਾਬਾ ਜੀ ਜਾਂਦੇ ਜਾਂਦੇ ਕਹਿ ਗਏ ਸਨ, ਸਤਿਗੁਰੂ 1 ਸਦੀ ਤੋਂ ਜ਼ਿਆਦਾ ਤੇਰੇ ਚਰਨਾਂ ਦਾ ਆਨੰਦ ਮਾਣ ਕੇ ਤੇਰੇ ਚਰਨਾਂ ਦੀ ਸੇਵਾ ਕੀਤੀ ਹੈ। ਸਦੀ ਹੋ ਗਈ 100 ਸਾਲ, ਉਸ ਤੋਂ ਵੱਧੀ। ਕਈ ਵਿਦਵਾਨ ਨੇ 115 ਸਾਲ ਲਿਖਦੇ ਨੇ ਬਾਬਾ ਬੁੱਢਾ ਜੀ ਨੂੰ, ਕੋਈ 125 ਸਾਲ ਲਿਖਦੇ ਨੇ, 125 ਸਾਲ ਸਿੱਧਾ ਜਾ ਸਾਲ। ਕਹਿਣ ਲੱਗੇ, ਬਾਬਾ ਜੀ 125 ਸਾਲ ਤੇਰੇ ਚਰਨਾਂ ਦੀ ਸੇਵਾ ਕੀਤੀ ਹੈ, ਤੇ ਜੇ ਇਸ ਸੇਵਾ ਵਿੱਚ ਕਰਦਿਆਂ ਸਾਡੇ ਜੋ ਕੋਈ ਭੁੱਲ ਰਹਿ ਗਈ ਤੇ ਮੈਨੂੰ ਬਖਸ਼ ਲਈ। ਬਾਬਾ ਬੁੱਢਾ ਜੀ ਦਾ ਸੰਸਕਾਰ ਹੋਇਆ। ਤੇ ਦੇਖਿਓ ਪਿਆਰਿਓ, ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੇ ਆਖਾਂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ, ਜਿਹੜੇ ਇੰਨੀ ਕਿਰਪਾ ਕਰਦੇ ਨੇ, ਕੋਈ ਵੀ ਸਮਾਂ ਹੋਵੇ ਸਿੱਖਾਂ ਤੇਰੇ ਕੋਲੇ ਪਹੁੰਚ ਜਾਣਗੇ। ਉਹੀ ਉਹ ਗੁਰੂ ਨੇ। ਹੁਣ ਧਿਆਨ ਦਿਓ, 6ਵੀਂ ਪਾਤਸ਼ਾਹੀ ਸ਼ਸਤਰ ਪਕੜਾ ਕੇ ਗਏ ਨੇ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਜੇ ਸਦਾ ਲਈ ਕਾਇਮ ਕਰਨੀ ਹੈ। ਹਰਭਜਨ ਸਿੰਘ ਕਹਿਣ ਲੱਗੇ, ਉਹ ਸਮਾਂ ਸੀ ਜੋ ਧਰਮ ਨੂੰ ਬਚਾਉਣ ਵਾਸਤੇ ਸ਼ਸਤਰ ਦੀ ਲੋੜ ਪੈਂਦੀ ਸੀ, ਧਰਮ ਨੂੰ ਬਚਾਉਣ ਵਾਸਤੇ। ਪਰ ਅੱਜ ਲੋਕ ਕਿਹੋ ਜਿਹੇ ਹੋ ਗਏ ਨੇ, ਕੁਰਸੀ ਨੂੰ ਬਚਾਉਣ ਵਾਸਤੇ ਧਰਮ ਨੂੰ ਸ਼ਸਤਰ ਦੀ ਤਰ੍ਹਾਂ ਵਰਤ ਰਹੇ ਨੇ। ਅੱਜ ਧਰਮ ਨੂੰ ਸ਼ਸਤਰ ਬਣਾ ਲਿਆ, ਕੁਰਸੀ ਨੂੰ ਬਣਾ ਲਿਆ ਆਪਣਾ ਤਖਤ। ਹਰਭਜਨ ਸਿੰਘ ਕਹਿਣ ਲੱਗੇ, ਉਹ ਸਮਾਂ ਸੀ ਮੇਰੇ ਗੁਰੂ ਨੇ, ਗੁਰੂ ਦੀ ਮਰਿਆਦਾ, ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਫਲੀਭੂਤ ਰਵੇ ਤਾਂ ਉਹਨੇ ਸ਼ਸਤਰ ਚੱਕਿਆ ਸੀ। ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਗੁਰੂ ਸਾਹਿਬ ਜੀ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲੇ ਟੁੱਟ ਕੇ ਦਾਤ ਬਖਸ਼ਣ। 1-2 ਜ਼ਿਕਰ ਜੋ ਹੋਰ ਕਰਨੇ ਨੇ ਉਹ ਅੰਮ੍ਰਿਤ ਵੇਲੇ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਹੋਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।